ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੱਦੇ ਦੀ ਆਵਾਜ਼ ਦੇਣੀ ਹੈ ਧਨਾਸਰੀ। ਜ਼ਿਆਦਾ ਜ਼ੋਰ ਲਗਾ ਕੇ ਨਹੀਂ ਬੋਲ ਦੇਣਾ। ਪੈਰ ਦੇ ਵਿੱਚ ਨੰਨੇ ਦੇ ਹਲੰਤ ਨਾ ਲੱਗ ਜਾਵੇ, ਧਿਆਨ ਰੱਖਣਾ ਹੈ। ਗਗਨ ਮੈਂ ਥਾਲ, ਮੰਮੇ ਦੇ ਲਾਈਆਂ ਹਨ। ਮੈਂ ਪਾਠ ਬਿੰਦੀ ਲਾ ਕੇ ਨਹੀਂ ਹੈ, ਅਤੇ ਬਿੰਦੀ ਲਾ ਕੇ ਮੈਂ ਨਹੀਂ ਬੋਲਣਾ। ਰਵ ਚੰਦ ਦੀਪਕ ਬਨੇ, ਇੱਥੇ ਵਿਸਰਾਮ ਹੈ। ਤਾਰਿਕਾ, ਰਾਰੇ ਦੀ ਸਿਹਾਰੀ ਦੀ ਆਵਾਜ਼ ਦੇਣੀ ਹੈ। ਤਾਰਿਕਾ ਮੰਡਲ ਜਨਕ ਮੋਤੀ, ਜਨਕ ਪਾਠ ਇਸੇ ਤਰ੍ਹਾਂ ਪੋਲਾ ਜਿਹਾ ਹੈ। ਧੂਪ ਮਲ ਆਨ ਲੋ, ਇੱਥੇ ਜਮਕ ਹੈ। ਮਲ ਆਨ ਲੋ, ਕਈ ਲੱਲੇ ਦੇ ਸਿਹਾਰੀ ਕੋਲੋਂ ਹੀ ਲਾ ਦਿੰਦੇ ਹਨ, ਮਲਿਆਣ ਕਹਿ ਦਿੰਦੇ ਹਨ। ਦੂਸਰਾ ਪਾਠ ਇਸ ਤਰ੍ਹਾਂ ਵੀ ਆਉਂਦਾ ਹੈ ਕਈ ਸਰੂਪਾਂ ਦੇ ਵਿੱਚ, ਮਲ ਆਨ ਲੋ, ਲੇਕਿਨ ਜੋ ਸ਼ੁੱਧ 1 ਨੰਬਰ ਪਾਠ ਹੈ ਉਹ ਇਸੇ ਤਰ੍ਹਾਂ ਹੈ ਜਿਵੇਂ ਆਪ ਜੀ ਦਰਸ਼ਨ ਕਰ ਰਹੇ ਹੋ। ਲੋ ਨਾਲ ਸੰਬੰਧਕ ਹੈ। ਮਲ ਆਨ ਲੋ, ਇੱਥੇ ਜਮਕ ਹੈ। ਪਵਨ ਚਵਰੋ ਕਰੇ, ਇੱਥੇ ਵਿਸਰਾਮ ਹੈ। ਸਗਲ ਬਨ ਰਾਏ ਫੂਲੰਤ ਜੋਤੀ, ਰਾਰੇ ਦੇ ਕੰਨੇ ਦੀ ਆਵਾਜ਼ ਦੇਣੀ ਹੈ। ਬਨ ਰਾਏ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਕੈਸੀ ਆਰਤੀ ਹੋਏ, ਕੈਸੀ ਪੋਲਾ ਜਿਹਾ ਪੜ੍ਹਨਾ ਹੈ, ਇਹਨੂੰ ਕੈਸੀ ਨਹੀਂ ਕਹਿ ਦੇਣਾ, ਇੱਥੇ ਹੀ ਵਿਸਰਾਮ ਹੈ। ਭਵ ਖੰਡਨਾ, ਇੱਥੇ ਵਿਸਰਾਮ ਹੈ। ਤੇਰੀ ਆਰਤੀ, ਅਨਹਤਾ ਸ਼ਬਦ, ਅਨਹਤਾ ਪਾਠ ਪੋਲਾ ਪੜ੍ਹਨਾ ਹੈ, ਇਹਨੂੰ ਅਨਹੱਤਾ ਨਹੀਂ ਕਹਿ ਦੇਣਾ, ਪੋਲਾ ਜਿਹਾ ਪਾਠ ਬੋਲਣਾ ਹੈ। ਅਨਹਤਾ ਸ਼ਬਦ, ਸਸੇ ਦੇ ਪੈਰ ਦੇ ਵਿੱਚ ਬਿੰਦੀ ਨਹੀਂ ਲਾਉਣੀ, ਸ਼ਬਦ ਹੀ ਪੜ੍ਹਨਾ ਹੈ, ਇੱਥੇ ਵਿਸਰਾਮ ਹੈ। ਵਾਜੰਤ ਭੇਰੀ, ਵਾਵੇ ਦੇ ਕੰਨੇ ਦੀ ਆਵਾਜ਼ ਦੇ ਕੇ ਬੋਲਣਾ ਹੈ। ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ। ਸਹਸ ਮੂਰਤ ਨਨਾ ਏਕ ਤੋਹੀ। ਸਹਸ ਤਵ ਨੈਨ, ਸਹਸ ਪਾਠ ਪੜ੍ਹਨਾ ਹੈ, ਇਹਨੂੰ ਦਲਾਈਆਂ ਲਾ ਕੇ ਸਹਿਸ ਨਹੀਂ ਕਹਿ ਦੇਣਾ। ਸਹਸ ਤਵ ਨੈਨ, ਇੱਥੇ ਜਮਕ ਹੈ। ਨਨ ਨੈਨ ਹੈ ਤੋਹਿ ਕਉ, ਇੱਥੇ ਵਿਸਰਾਮ ਹੈ। ਨਨ ਨੈਨ, ਇਹ ਪਾਠ ਅਲੱਗ ਅਲੱਗ ਪੜ੍ਹਨੇ ਹਨ। ਹੁਣ 6 ਵਾਰੀ ਨੰਨਾ ਇਕੱਠਾ ਆਇਆ ਹੈ, ਦੇਖੋ ਆਪ ਜੀ ਦਰਸ਼ਨ ਕਰ ਰਹੇ ਹੋ। ਨੈਨ, ਨਨ ਨੈਨ ਹੈ ਤੋਹਿ ਕਉ, ਨਨ ਨੈਨ, ਇਹ ਪਾਠ ਪੋਲੇ ਹਨ। ਪਾਠ ਬੋਲਣਾ ਹੈ ਕਉ, ਕੱਕਾ ਊੜੇ ਅੰਕੜ ਹੈ। ਸਹਸ ਮੂਰਤ, ਇੱਥੇ ਫਿਰ ਥੋੜ੍ਹਾ ਜਿਹਾ ਜਮਕ ਹੈ। ਨਨਾ ਏਕ ਤੋਹੀ, ਤੱਤੇ ਪੈਰ ਵਿੱਚ ਔਂਕੜ ਉੱਤੇ ਹੋੜਾ ਹਾਹੇ ਬਿਹਾਰੀ ਹੈ। ਹੁਣ 2 ਮਾਤਰਾਵਾਂ ਲੱਗੀਆਂ ਹੋਈਆਂ ਹਨ, ਤਾਂ ਪਹਿਲਾਂ ਵੀ ਬੇਨਤੀ ਕੀਤੀ ਹੈ, ਪਿਛਲੀ ਆਪ ਜੀ ਸੰਥਿਆ ਸਰਵਣ ਕਰਦੇ ਆਏ ਹੋ। ਜਦੋਂ ਵੀ ਕਿਸੇ ਅੱਖਰ ਨੂੰ 2 ਮਾਤਰਾਵਾਂ ਹੋਣ ਤਾਂ ਦੋਵਾਂ ਦੀ ਆਵਾਜ਼ ਦਰਮਿਆਨੀ ਜਿਹੀ ਨਿਕਲਦੀ ਹੈ। ਨਾ ਤਾਂ ਹੋੜੇ ਦੀ ਆਵਾਜ਼ ਪੂਰੀ ਦੇਣੀ ਹੈ, ਨਾ ਹੀ ਔਂਕੜ ਦੀ, ਦਰਮਿਆਨੀ ਜਿਹੀ ਆਵਾਜ਼ ਦੇਣੀ ਹੈ। ਤੋਹੀ, ਸੋ ਧਿਆਨ ਦੇਣਾ ਹੈ। ਜਦੋਂ
ਆਰਤੀ ਦੇ ਸ਼ਬਦ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵੀ ਸਾਧ ਸੰਗਤ ਜੀ ਇਹੀ ਪੰਕਤੀ ਆਉਂਦੀ ਹੈ, ਪਰ ਥੋੜ੍ਹਾ ਫਰਕ ਹੈ। ਗੁਰੂ ਸਾਹਿਬ ਜੀ ਨੇ ਭੇਦ ਰੱਖਿਆ ਹੈ। ਜਿਵੇਂ ਇਸ ਪੰਕਤੀ ਦੇ ਵਿੱਚ ਪਾਠ ਹੈ, ਸਹਸ ਤਵ ਨੈਣ ਨਨ ਨੈਣ ਹਹ ਤੋਹਿ ਕਉ, ਇੱਥੇ ਹਾਹਾ ਹਾਹੇ ਸਿਹਾਰੀ ਹੈ। ਜਦੋਂ ਦੂਸਰੀ ਵਾਰੀ ਇਹ ਪੰਕਤੀ ਆਰਤੀ ਦੇ ਸ਼ਬਦਾਂ ਦੇ ਵਿੱਚ ਆਉਂਦੀ ਹੈ, ਧਨਾਸਰੀ ਮਹੱਲਾ ਪਹਿਲਾ ਆਰਤੀ, ਉੱਥੇ ਆਪ ਜੀ ਹਾਹੇ ਦਲਾਈਆਂ ਪਾਠ ਪੜ੍ਹਦੇ ਹੋ। ਸਹਸ ਤਵ ਨੈਣ ਨਨ ਨੈਣ ਹੈ ਤੋਹਿ ਕਉ, ਇਸ ਕਰਕੇ ਧਿਆਨ ਰੱਖਣਾ ਹੈ। ਆਰਤੀ ਪੜ੍ਹਦੇ ਸਮੇਂ ਸੋਹਿਲਾ ਸਾਹਿਬ ਦੀ ਬਾਣੀ ਨਹੀਂ ਪੜ੍ਹ ਜਾਣੀ ਅਤੇ ਸੋਹਿਲਾ ਸਾਹਿਬ ਦੀ ਬਾਣੀ ਦੇ ਸ਼ਬਦ ਪੜ੍ਹਦਿਆਂ ਹੋਇਆਂ ਹੈ ਪਾਠ ਨਹੀਂ ਕਰ ਜਾਣਾ ਆਰਤੀ ਦੇ ਸ਼ਬਦ ਵਾਲਾ। ਸੋ ਇਹ ਆਪ ਜੀ ਨੇ ਧਿਆਨ ਰੱਖਣਾ ਹੈ। ਅਤੇ ਇੱਕ ਹੋਰ ਭੇਦ ਹੈ, ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਤੱਤੇ ਔਂਕੜ ਤੱਤੇ ਹੋੜਾ, ਲੇਕਿਨ ਜਦੋਂ ਦੂਸਰੀ ਵਾਰੀ ਆਉਂਦੀ ਹੈ ਤਾਂ ਤੱਤੇ ਹੋੜਾ ਹੀ ਸਿਰਫ ਆਪ ਜੀ ਦਰਸ਼ਨ ਕਰੋਗੇ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਥੋੜ੍ਹਾ ਥੋੜ੍ਹਾ ਭੇਦ ਰੱਖਿਆ ਹੈ ਕਈ ਪੰਕਤੀਆਂ ਦੇ ਵਿੱਚ, ਇਸ ਕਰਕੇ ਕਈ ਸ਼ਬਦਾਂ ਵਿੱਚ ਥੋੜ੍ਹਾ ਥੋੜ੍ਹਾ ਭੇਦ ਹੈ। ਸਹਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਧਿਆਨ ਦੇ ਨਾਲ ਉਚਾਰਨ ਕਰਨਾ ਹੈ ਜਮਕਾਂ ਦਾ ਅਤੇ ਵਿਸਰਾਮ ਦਾ। ਸਹਸ ਪਦ ਬਿਮਲ, ਪਦ ਪਾਠ ਪੋਲਾ ਹੈ। ਸਹਸ ਪਦ ਬਿਮਲ, ਇੱਥੇ ਜਮਕ ਹੈ। ਨਨ ਏਕ ਪਦ, ਇੱਥੇ ਵਿਸਰਾਮ ਹੈ ਪੂਰਾ। ਗੰਧ ਬਿਨ, ਧਿਆਨ ਦੇਣਾ ਹੈ ਗੱਗੇ ਉੱਤੇ ਟਿੱਪੀ ਹੈ, ਧੱਦਾ ਹੈ, ਭਾਰਾ ਕਰਕੇ ਕੱਸ ਕੇ ਬੋਲਣਾ ਹੈ ਗੰਧ। ਜੇ ਪੋਲਾ ਬੋਲਾਂਗੇ ਤਾਂ ਦੱਦੇ ਦੀ ਆਵਾਜ਼ ਨਿਕਲਦੀ ਹੈ। ਧੱਦੇ ਦੀ ਆਵਾਜ਼ ਦੇਣ ਵਾਸਤੇ ਭਾਰਾ ਕਰਕੇ ਬੋਲਣਾ ਪਵੇਗਾ। ਗੰਧ ਬਿਨ, ਇੱਥੇ ਜਮਕ ਹੈ। ਸਹਸ ਤਵ ਗੰਧ, ਇੱਥੇ ਵਿਸਰਾਮ ਹੈ। ਇਵ ਚਲਤ ਮੋਹੀ, ਚਲਤ ਪਾਠ ਪੋਲਾ ਪੜ੍ਹਨਾ ਹੈ। ਆਮ ਹੀ ਜਦੋਂ ਕਿਸੇ ਨੂੰ ਸੁਣੀਂਦਾ ਹੈ ਜਾਂ ਰਾਗੀ ਸਿੰਘ ਕੀਰਤਨ ਕਰਦੇ ਹਨ ਤਾਂ ਵਿਸਰਾਮ ਗੰਧ ਬਿਨ ਇੱਥੇ ਲਾਉਂਦੇ ਹਨ। ਉਹਨਾਂ ਦੇ ਪੜ੍ਹਨ ਦਾ ਢੰਗ ਹੈ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਇੱਥੇ ਵਿਸਰਾਮ ਲਗਾਉਂਦੇ ਹਨ, ਲੇਕਿਨ ਇੱਥੇ ਵਿਸਰਾਮ ਨਹੀਂ ਹੈ। ਨਨ ਏਕ ਪਦ, ਇੱਥੇ ਵਿਸਰਾਮ ਹੈ। ਗੰਧ ਬਿਨ, ਇੱਥੇ ਜਮਕ ਹੈ। ਸਹਸ ਤਵ ਗੰਧ, ਇੱਥੇ ਵਿਸਰਾਮ ਹੈ। ਸੋ ਇਸ ਤਰ੍ਹਾਂ ਆਪ ਜੀ ਨੇ ਧਿਆਨ ਦੇਣਾ ਹੈ। ਸਭ ਮਹਿ ਜੋਤ, ਜੋਤ ਹੈ ਸੋਇ, ਤਿਸ ਦਹਿ ਚਾਨਣ, ਸਭ ਮਹਿ ਚਾਨਣ ਹੋਇ। ਸਭ ਮਹਿ ਜੋਤ, ਇੱਥੇ ਵਿਸਰਾਮ ਹੈ। ਜੋਤ ਹੈ ਸੋਇ, ਸਸੇ ਹੋੜਾ ਲੰਮਾ ਬੋਲਣਾ ਹੈ। ਸੋਇ, ਈੜੀ ਸਿਹਾਰੀ ਦੀ ਆਵਾਜ਼ ਥੋੜ੍ਹੀ ਦੇਣੀ ਹੈ। ਤਿਸ ਦਹਿ ਚਾਨਣ, ਅਣਾਣੇ ਦੇ ਨਾਲ ਹੈ, ਵਿੱਚ ਨੰਨਾ ਹੈ। ਚਾਨਣ, ਇੱਥੇ ਵਿਸਰਾਮ ਹੈ। ਸਭ ਮਹਿ ਚਾਨਣ ਹੋਇ, ਫਿਰ ਧਿਆਨ ਦੇਣਾ ਹੈ ਆਪ ਜੀ ਨੇ। ਇਹ ਵੀ ਪੰਕਤੀ ਦੁਬਾਰਾ ਫਿਰ ਆਰਤੀ ਪੜ੍ਹਨ ਵੇਲੇ ਆਉਂਦੀ ਹੈ। ਜਿਵੇਂ ਇੱਥੇ ਪਾਠ ਹੈ ਤਿਸ ਦਹਿ, ਜਦੋਂ ਆਪ ਜੀ ਆਰਤੀ ਦੇ ਸ਼ਬਦ ਪੜ੍ਹੋਗੇ ਤਾਂ ਉੱਥੇ ਤਿਸ ਕੈ ਕੱਕੇ ਦਲਾਈਆਂ ਆਉਂਦੀਆਂ ਹਨ। ਦੱਦੇ ਦੀ ਥਾਂ 'ਤੇ ਕੈ ਪਾਠ ਹੈ। ਸੋ ਇਸ ਕਰਕੇ ਆਪ ਜੀ ਨੇ ਧਿਆਨ ਰੱਖਣਾ ਹੈ। ਗੁਰ ਸਾਖੀ ਜੋਤ ਪ੍ਰਗਟ ਹੋਇ, ਗੁਰ ਸਾਖੀ, ਇੱਥੇ ਵਿਸਰਾਮ ਹੈ। ਸਾਖੀ ਪਾਠ ਥੋੜ੍ਹਾ ਜਿਹਾ ਕੱਸ ਕੇ ਬੋਲਣਾ ਹੈ। ਕਈ ਵਿਸਰਾਮ ਲਗਾ ਦਿੰਦੇ ਹਨ ਗੁਰ ਸਾਖੀ ਜੋਤ, ਲੇਕਿਨ ਪਾਠ ਹੈ ਗੁਰ ਸਾਖੀ, ਇੱਥੇ ਵਿਸਰਾਮ ਹੈ। ਜੋ ਤਿਸ ਭਾਵੈ, ਇੱਥੇ ਵਿਸਰਾਮ ਹੈ। ਸੱਸੇ ਔਂਕੜ ਦੀ ਆਵਾਜ਼ ਦੇਣੀ ਹੈ। ਸੋ ਆਰਤੀ ਹੋਇ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਇ ਜਾ ਤੇ ਤੇਰੇ ਨਾਇ ਵਾਸਾ।
ਹਰ ਚਰਨ ਕਵਲ ਮਕਰੰਦ, ਇੱਥੇ ਜਮਕ ਹੈ। ਲੋਭਿਤ ਮਨੋ, ਲੱਲੇ ਹੋੜਾ ਭੱਬੇ ਦੇ ਸਿਹਾਰੀ ਹੈ। ਭੱਬੇ ਦੇ ਸਿਹਾਰੀ ਦੀ ਆਵਾਜ਼ ਦੇਣੀ ਹੈ, ਭਾਰਾ ਕਰਕੇ ਬੋਲਣਾ ਹੈ। ਲੋਭਿਤ ਮਨੋ, ਇੱਥੇ ਵਿਸਰਾਮ ਹੈ। ਅਣ ਦਿਨੋ ਮੋਹਿ ਆਹੀ ਪਿਆਸਾ, ਕਈ ਗਲਤ ਜਮਕ ਲਗਾ ਦਿੰਦੇ ਹਨ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਇਹ ਢੰਗ ਗਲਤ ਹੈ। ਸਹੀ ਢੰਗ ਹੈ ਉਚਾਰਨ ਦਾ, ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ। ਹਰ ਚਰਨ ਕਵਲ ਮਕਰੰਦ, ਇੱਥੇ ਜਮਕ ਲਗਾਉਣੀ ਹੈ। ਲੋਭਿਤ ਮਨੋ, ਇੱਥੇ ਵਿਸਰਾਮ ਹੈ। ਅਣ ਦਿਨੋ, ਨੰਨੇ ਔਂਕੜ ਵੀ ਹੈ ਅਤੇ ਹੋੜਾ ਵੀ ਹੈ, ਸੋ ਇਹਦੀ ਆਵਾਜ਼ ਵੀ ਦਰਮਿਆਨੀ ਜੀ ਨਿਕਲਣੀ ਹੈ। ਅਣ ਦਿਨੋ, ਫਿਰ ਥੋੜ੍ਹੀ ਜਿਹੀ ਜਮਕ ਦੇ ਕੇ ਮੋਹਿ ਆਹੀ ਪਿਆਸਾ, ਪੱਪੇ ਸਿਹਾਰੀ ਹੈ। ਇਹ ਪੰਕਤੀ ਵੀ ਜਦੋਂ ਦੁਬਾਰਾ ਆਉਂਦੀ ਹੈ ਤਾਂ ਉਦੋਂ ਇਹਦਾ ਸਰੂਪ ਹੈ ਹਰ ਚਰਨ ਕਮਲ ਮਕਰੰਦ, ਇੱਥੇ ਵਾਵੇ ਦੇ ਨਾਲ ਹੈ ਹਰ ਚਰਨ ਕਵਲ ਮਕਰੰਦ। ਦੂਸਰੀ ਵਾਰੀ ਮਮਾ ਹੈ ਕਮਲ, ਅਤੇ ਦੂਸਰਾ ਜੋ ਭੇਦ ਹੈ, ਜੋ ਆਪ ਜੀ ਅਣ ਦਿਨੋਂ ਪਾਠ ਦੇਖ ਰਹੇ ਹੋ, ਉਹਦੇ ਵਿੱਚ ਨੰਨੇ ਔਂਕੜ ਨਹੀਂ ਆਉਂਦੀ, ਅਤੇ ਉੱਥੇ ਆਵਾਜ਼ ਪੂਰੀ ਦੇਣੀ ਹੈ ਅਣ ਦਿਨੋਂ। ਲੇਕਿਨ ਇੱਥੇ ਕਿਉਂਕਿ ਨੰਨੇ ਨੂੰ ਹੋੜਾ ਅਤੇ ਕੰਨਾ ਵੀ ਹੈ, ਅਣ ਦਿਨੋਂ ਸਿਰਫ ਇੰਨੀ ਕੁ ਆਵਾਜ਼ ਹੈ। ਕਿਰਪਾ ਜਲ ਦੇਹ, ਕਿਰਪਾ ਪਾਠ ਬੋਲਣਾ ਹੈ ਕਿਉਂਕਿ ਪੈਰ ਵਿੱਚ ਰਾਰਾ ਹੈ ਕੱਕੇ ਦੇ, ਜੋ ਕੱਕੇ ਨੂੰ ਸਿਹਾਰੀ ਲੱਗੀ ਹੋਈ ਹੈ ਇਹ ਰਾਰੇ ਨੂੰ ਲੱਗੇਗੀ ਅਤੇ ਪਾਠ ਬਣਨਾ ਹੈ ਕਿਰਪਾ ਜਲ ਦੇਹ। ਇਹਨੂੰ ਦੇਹ ਨਹੀਂ ਕਹਿ ਦੇਣਾ ਜਾਂ ਦੇਹ ਨਹੀਂ ਕਹਿ ਦੇਣਾ, ਦੇਹ ਇੱਥੇ ਜਮਕ ਹੈ। ਨਾਨਕ ਸਾਰਿੰਗ ਕਉ, ਸਸੇ ਕੰਨਾ ਰਾਰੇ ਸਿਹਾਰੀ ਉੱਤੇ ਟਿੱਪੀ ਹੈ। ਸਾਰਿੰਗ ਕਉ, ਕੋ ਨਹੀਂ ਹੈ ਕਉ, ਕੱਕਾ ਊੜੇ ਔਂਕੜ ਦੀ ਆਵਾਜ਼ ਇਸ ਤਰ੍ਹਾਂ ਹੈ ਕਉ, ਇੱਥੇ ਵਿਸਰਾਮ ਹੈ। ਹੋਏ, ਸਿਰਫ ਇੰਨੀ ਕੁ ਆਵਾਜ਼ ਹੈ। ਹੋਏ ਨਹੀਂ ਕਹਿ ਦੇਣਾ, ਸਿਰਫ ਇਹੋ ਹੀ ਸੰਥਿਆ ਹੈ ਸਮਝਣ ਵਾਲੀ ਵੀ ਆਵਾਜ਼ ਕਿਵੇਂ ਦੇਣੀ ਹੈ, ਕਿਹੜੇ ਅੱਖਰ ਦੀ ਆਵਾਜ਼ ਕਿਵੇਂ ਨਿਕਲਣੀ ਹੈ, ਕਿਹੜੀ ਲਗਾ ਮਾਤਰ ਨੂੰ ਕਿਵੇਂ ਬੋਲਣਾ ਹੈ। ਜੇ ਇਹ ਚੀਜ਼ਾਂ ਆਪਾਂ ਨਾ ਸਮਝੀਆਂ ਤਾਂ ਸੰਥਿਆ ਨਹੀਂ ਹੈ, ਸੋ ਇਹਨੂੰ ਹੀ ਸੰਥਿਆ ਆਉਂਦੇ ਹਨ। ਇਸ ਕਰਕੇ ਹਾਹੇ ਹੋੜਾ ਹੋ, ਈੜੀ ਸਿਆਰੀ ਇਹ, ਹੋਏ ਜੱਜੇ ਕੰਨਾ ਜਾ, ਜਾਤੇ ਨਹੀਂ ਕਹਿ ਦੇਣਾ, ਵੱਖਰਾ ਵੱਖਰਾ ਪਾਠ ਹੈ। ਜਾ ਤੇ ਤੇਰਾ ਨਾਏ ਵਾਸਾ, ਹੁਣ ਇੱਥੇ ਵੀ ਨਾਏ ਨਹੀਂ ਕਹਿ ਦੇਣਾ ਜਾਂ ਨਹਾਏ ਨਹੀਂ ਕਹਿ ਦੇਣਾ, ਨਹਾਉਣ ਵਾਲਾ। ਪੋਲਾ ਜਿਹਾ ਪਾਠ ਹੈ, ਨੰਨੇ ਦੇ ਕੰਨੇ ਦੀ ਆਵਾਜ਼ ਲੰਮੀ ਦੇਣੀ ਹੈ, ਈੜੀ ਸਿਹਾਰੀ ਦੀ ਆਵਾਜ਼ ਥੋੜ੍ਹੀ ਹੈ। ਨਾਏ ਵਾਸਾ, ਸੋ ਸਾਧ ਸੰਗਤ ਜੀ ਇਹ ਵੀ ਪੰਕਤੀ 2 ਵਾਰੀ ਆਉਂਦੀ ਹੈ, ਸਿਰਫ ਉੱਥੇ ਇੱਕੋ ਹੀ ਭੇਦ ਹੈ। ਪੰਕਤੀ ਦੇ ਅਖੀਰ ਦੇ ਵਿੱਚ ਆਪ ਜੀ ਦਰਸ਼ਨ ਕਰ ਰਹੇ ਹੋ, ਹੋਏ ਜਾ ਤੇ ਤੇਰਾ ਨਾਏ ਵਾਸਾ, ਉੱਥੇ ਦੂਸਰੀ ਵਾਰੀ ਆਵੇਗਾ ਨਾਮ ਵਾਸਾ ਮੰਮੇ ਦੇ ਨਾਲ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਣ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਏ ਜਾ ਤੇ ਤੇਰਾ ਨਾਏ ਵਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।